ਲੈਕਚਰ ਦੇ ਵਿੱਚ ਪਾਵਰ ਆਫ ਲੈਂਸ ਤੇ ਕੰਬੀਨੇਸ਼ਨ ਆਫ ਥਿਨ ਲੈਂਸਸ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਦੇਖੀਏ ਵੀ ਪਾਵਰ ਆਫ ਲੈਂਸ ਹੁੰਦੀ ਕੀ ਆ, ਇਹਦਾ ਮਤਲਬ ਕੀ ਆ। ਪਾਵਰ ਆਫ ਲੈਂਸ ਦਾ ਮਤਲਬ ਇਹ ਆ ਵੀ ਦ ਐਬਿਲਿਟੀ ਆਫ ਏ ਲੈਂਸ ਟੂ ਕਨਵਰਜ ਔਰ ਡਾਈਵਰਜ ਦੀ ਰੇਜ਼। ਜਿਹੜੀਆਂ ਵੀ ਰੇਜ਼ ਲੈਂਸ ਦੇ ਉੱਤੇ ਆਉਂਦੀਆਂ ਨੇ ਆਫਟਰ ਰਿਫਰੈਕਸ਼ਨ, ਉਹ ਕਿੰਨੀਆਂ ਜ਼ਿਆਦਾ ਕਨਵਰਜ ਜਾਂ ਡਾਈਵਰਜ ਹੁੰਦੀਆਂ ਨੇ। ਰੇਜ਼ ਨੂੰ ਕਨਵਰਜ ਕਰਨ ਦੀ ਜਾਂ ਡਾਈਵਰਜ ਕਰਨ ਦੀ ਜਿਹੜੀ ਐਬਿਲਿਟੀ ਆ, ਉਹਨੂੰ ਅਸੀਂ ਪਾਵਰ ਆਫ ਏ ਲੈਂਸ ਕਹਿੰਦੇ ਹਾਂ। ਅਤੇ ਇਹਨੂੰ ਡਿਫਾਈਨ ਕਿਵੇਂ ਕੀਤਾ ਜਾਂਦਾ? ਡੈਫੀਨੇਸ਼ਨ ਇਹਦੀ ਇਹ ਆ ਵੀ ਜਦੋਂ ਕੋਈ ਲੈਂਸ ਦੇ ਵਿੱਚੋਂ ਦੀ, ਸਪੋਜ਼ ਕਰੀਏ ਸਾਡੇ ਕੋਲ ਇੱਥੇ ਇੱਕ ਕਨਵੈਕਸ ਲੈਂਸ ਆ, ਬਾਈ ਕਨਵੈਕਸ ਲੈਂਸ ਆ, ਇੱਥੇ ਅਸੀਂ ਇਹਦਾ ਆਪਟੀਕਲ ਸੈਂਟਰ ਮੰਨ ਲਈਏ C ਐਂਡ ਹੇਅਰ ਇਜ਼ ਦੀ ਪ੍ਰਿੰਸੀਪਲ ਐਕਸਿਸ। ਦੋਨੇ ਪਾਸੇ ਦੇ ਫੋਕਸ ਹੋਏਗਾ, ਫਸਟ ਪ੍ਰਿੰਸੀਪਲ ਫੋਕਸ ਐਂਡ ਸੈਕੰਡ ਪ੍ਰਿੰਸੀਪਲ ਫੋਕਸ। ਇਹ ਧਿਆਨ ਰੱਖਿਓ, ਇਹ ਬਰਾਬਰ ਬਣਾਉਣੇ ਆ। ਤਾਂ ਐਨੀ ਰੇ ਵਿਚ ਇਜ਼ ਕਮਿੰਗ ਪੈਰਲਲ ਟੂ ਦੀ ਪ੍ਰਿੰਸੀਪਲ ਐਕਸਿਸ, after refraction from the lens it will pass through the focus of the lens. Then if ਅਸੀਂ ਆਪਟੀਕਲ ਸੈਂਟਰ ਤੋਂ ਇੱਕ ਯੂਨਿਟ ਲੈਂਥ ਤੇ ਕੋਈ ਜਿਹੜੀ ਰੇ ਆ ਰਹੀ ਆ, ਸਪੋਜ਼ ਕਰੀਏ ਸਾਡੀ H ਲੈਂਥ ਆ, ਇੱਥੇ ਤੱਕ C ਤੋਂ ਲੈ ਕੇ ਇਸ ਪੁਆਇੰਟ ਤੱਕ ਜਿਹੜੀ ਲੈਂਥ ਆ ਉਹ ਰੇ ਦੀ H ਆ, H ਲੈਂਥ ਦੂਰ ਆ ਰਹੀ ਆ। ਇਸ ਰੇ ਦਾ ਜਿਹੜੀ ਕਨਵਰਜੈਂਸ ਹੈ ਥਰੂ ਦੀ ਫੋਕਸ, ਇਹਦਾ ਟੇਂਜੈਂਟ ਲੈ ਲਈਏ, ਮਤਲਬ ਇਹ ਕਿੰਨੇ ਐਂਗਲ ਤੇ ਮੁੜ ਗਈ। ਜਾਣਾ ਤਾਂ ਨਹੀਂ ਸਿੱਧੀ ਸੀ, ਸਿੱਧੀ ਜਾਣਾ ਸੀ। ਟੇਂਜੈਂਟ ਆਫ ਦਿਸ ਐਂਗਲ, ਜਿੰਨੇ ਐਂਗਲ ਤੇ ਇਹ ਮੁੜ ਗਈ, ਇਹਨੂੰ ਅਸੀਂ ਡੈਲਟਾ ਕਹਿ ਦਿੰਦੇ ਹਾਂ। ਦੈਨ ਟੇਂਜੈਂਟ ਆਫ ਡੈਲਟਾ ਇਜ਼ ਕਾਲਡ ਦੀ ਪਾਵਰ ਆਫ ਲੈਂਸ। ਕਲੀਅਰ? ਸੋ ਹੁਣ ਇਹਨੂੰ ਕਿਵੇਂ ਕੱਢੀਏ? ਦੇਖੋ, ਜੇਕਰ ਆਹ ਵਾਲਾ ਸਾਡਾ ਐਂਗਲ ਟੇਂਜੈਂਟ ਆ, ਡੈਲਟਾ ਹੈ, ਤਾਂ ਆਹ ਦੋਨੇ ਪੈਰਲਲ ਰੇਜ਼ ਹੋ ਗਈਆਂ। ਆਹ ਰੇ ਕੱਟ ਕਰਦੀ ਆ, ਇਹਦਾ ਮਤਲਬ ਆਹ ਐਂਗਲ ਵੀ ਡੈਲਟਾ ਹੋ ਗਿਆ। ਠੀਕ ਹੈ, ਤੇ ਆਪਟੀਕਲ ਸੈਂਟਰ ਤੋਂ ਲੈ ਕੇ ਫੋਕਲ ਲੈਂਥ ਸਾਡੀ ਸਮੋਲ f ਇੱਥੇ ਤੱਕ ਹੋ ਜਾਏਗੀ। ਇਹਦਾ ਮਤਲਬ ਆਹ ਡਿਸਟੈਂਸ ਸਾਡਾ ਸਮੋਲ f ਆ, ਤੇ ਇੱਧਰਲੇ ਪਾਸੇ ਸਾਡਾ H ਆ। ਜੇ ਆਹ ਰਾਈਟ ਐਂਗਲ ਟ੍ਰਾਇੰਗਲ ਕੰਸੀਡਰ ਕਰ ਲਈਏ ਤਾਂ ਇਹਦੇ ਵਿੱਚ ਟੇਂਜੈਂਟ ਡੈਲਟਾ ਦੀ ਵੈਲਿਊ ਕਿੰਨੀ ਆਏਗੀ? ਪਰਪੈਂਡੀਕੂਲਰ H ਓਵਰ ਬੇਸ ਸਾਡਾ F ਆ ਜਾਏਗਾ। ਸੋ ਟੇਂਜੈਂਟ ਡੈਲਟਾ ਵਿਚ ਇਜ਼ ਦੀ ਪਾਵਰ ਆਫ ਲੈਂਸ, ਇਟ ਵਿਲ ਬੀ H ਅਪੋਨ ਡੈਲਟਾ। ਤੇ ਡੈਫੀਨੇਸ਼ਨ ਸਾਡੀ ਕੀ ਆ? ਇਫ ਵੀ ਟੇਕ ਦੀ ਯੂਨਿਟ ਲੈਂਥ, ਜੇ ਆ ਲੈਂਥ ਯੂਨਿਟ ਆ ਤੇ ਇੱਥੇ, ਸੋ ਜੇਕਰ ਯੂਨਿਟ ਲੈਂਥ ਆ, ਇਫ H ਇਜ਼ ਇਕੁਅਲ ਟੂ 1 ਯੂਨਿਟ, ਦੈਨ ਟੇਂਜੈਂਟ ਡੈਲਟਾ ਕੀ ਬਣ ਗਿਆ ਜੀ? 1 ਓਵਰ F। ਸੋ ਇਸੇ ਕਰਕੇ ਜੇਕਰ ਸਾਡੇ ਕੋਲੇ ਡੈਲਟਾ ਸਮੋਲ ਹੈ ਤਾਂ ਅਸੀਂ ਟੇਂਜੈਂਟ ਡੈਲਟਾ ਨੂੰ ਕੀ ਮੰਨ ਸਕਦੇ ਹਾਂ? ਇਕੱਲਾ ਡੈਲਟਾ, ਕਿਉਂਕਿ ਟੇਂਜੈਂਟ ਤੇ ਸਾਈਨ ਜੇਕਰ ਐਂਗਲ ਸਮੋਲ ਹੋਣ ਤਾਂ ਅਸੀਂ ਉਹਨੂੰ ਐਂਗਲਸ ਦੇ ਬਰਾਬਰ ਹੀ ਲਿਖ ਸਕਦੇ ਹਾਂ। ਸੋ ਦੇਅਰਫੋਰ ਡੈਲਟਾ ਇਜ਼ ਨੀਅਰਲੀ ਇਕੁਅਲ ਟੂ 1 ਅਪੋਨ F। ਸੋ ਅਸੀਂ ਕਹਿ ਸਕਦੇ ਹਾਂ ਵੀ ਪਾਵਰ ਆਫ ਲੈਂਸ ਆ ਜਿਹੜੀ, ਉਹ ਸਾਡੀ ਰੈਸੀਪ੍ਰੋਕਲ ਆਫ ਦੀ ਫੋਕਲ ਲੈਂਥ। ਕਲੀਅਰ? ਸੋ ਕਈ ਬੁੱਕਸ ਇਹਨੂੰ ਸਿੱਧਾ ਹੀ ਲਿਖ ਦਿੰਦੀਆਂ ਨੇ, ਪਾਵਰ ਆਫ ਲੈਂਸ ਇਜ਼ ਡਿਫਾਈਨਡ ਐਜ਼ ਦੀ ਰੈਸੀਪ੍ਰੋਕਲ ਆਫ ਦੀ ਫੋਕਲ ਲੈਂਥ ਆਫ ਏ ਲੈਂਸ। ਬਟ ਇੱਕ ਚੀਜ਼ ਇੱਥੇ ਧਿਆਨ ਰੱਖਣੀ ਹੈ, ਜਿਹੜੀ ਫੋਕਲ ਲੈਂਥ ਆ ਉਹ ਮੇਜਰ ਕੀਤੀ ਗਈ ਹੋਵੇ ਇਨ ਮੀਟਰਸ। ਸੋ ਇਹਦੀ ਜ਼ਰੂਰੀ ਕੰਡੀਸ਼ਨ ਆ। ਸੋ ਪਾਵਰ ਆਫ ਲੈਂਸ ਦੀ ਸਾਡੀ ਜਿਹੜੀ ਯੂਨਿਟਸ ਨੇ ਉਹ ਕੀ ਨੇ? ਯੂਨਿਟਸ ਆਰ ਡਾਇਓਪਟਰ, ਜਾਂ ਇਹਨੂੰ ਅਸੀਂ ਕੈਪੀਟਲ D ਦੇ ਨਾਲ ਲਿਖ ਸਕਦੇ ਹਾਂ। ਤੋ 1 ਡਾਇਓਪਟਰ ਆ ਜਿਹੜਾ, ਉਹ ਕਿਹਦੇ ਬਰਾਬਰ ਹੋਊਗਾ? ਇਟ ਇਜ਼ ਦੀ ਰੈਸੀਪ੍ਰੋਕਲ ਆਫ ਫੋਕਲ ਲੈਂਥ ਇਨ ਮੀਟਰਸ। ਫੋਕਲ ਲੈਂਥ ਇਨ ਮੀਟਰਸ। ਕਲੀਅਰ? ਸੋ 1 ਮੀਟਰ ਜਿਹੜੀ ਫੋਕਲ ਲੈਂਥ ਹੋਏਗੀ ਤਾਂ ਉਹਦਾ ਸਾਡੇ ਕੋਲੇ ਜਿਹੜੀ ਯੂਨਿਟ ਹੋਏਗੀ ਉਹ 1 ਡਾਇਓਪਟਰ ਹੋਏਗੀ।
ਸੋ ਇਟ ਇਜ਼ ਪੋਜ਼ਿਟਿਵ ਫਾਰ ਕਨਵੈਕਸ ਲੈਂਸਸ ਕਿਉਂਕਿ ਉਹਦੀ ਫੋਕਲ ਲੈਂਥ ਸਾਡੀ ਪੋਜ਼ਿਟਿਵ ਆ। ਹੁਣ ਅਸੀਂ ਇੱਥੇ ਕਿਹੜੀ ਫੋਕਲ ਲੈਂਥ ਦੇਖਣੀ ਆ, ਇਹ ਧਿਆਨ ਰੱਖਿਓ। ਰੇ ਆਫ ਲਾਈਟ ਸਾਡੀ ਇੱਧਰੋਂ ਗਈ, ਐਸ ਫੋਕਸ ਦੇ ਵਿੱਚੋਂ ਦੀ ਲੰਘ ਗਈ, ਫੋਕਲ ਲੈਂਥ ਇੱਧਰਲੀ ਯੂਜ਼ ਹੋਈ ਹੈ, ਇੱਧਰਲੀ ਨਹੀਂ ਯੂਜ਼ ਹੋਈ। ਸੋ ਹੁਣ ਅਸੀਂ ਦੇਖੀਏ ਵੀ ਜਿਹੜਾ ਡਿਸਟੈਂਸ ਅਸੀਂ ਇੱਧਰ ਨੂੰ ਮੇਜਰ ਕੀਤਾ, ਸੀ ਤੋਂ ਲੈ ਕੇ ਐਫ ਤੱਕ ਇੱਧਰ ਨੂੰ ਮੇਜਰ ਕੀਤਾ, ਇਹ ਆਪਣੀ ਇਨਸੀਡੈਂਟ ਰੇ ਦੇ ਡਾਇਰੈਕਸ਼ਨ ਦੇ ਵਿੱਚ ਹੀ ਆ। ਸੋ ਇਸ ਕਰਕੇ ਦਿਸ ਵਿਲ ਬੀ ਟੇਕਨ ਐਜ਼ ਪੋਜ਼ਿਟਿਵ। ਜੇਕਰ ਆਹ ਵਾਲੀ ਫੋਕਸ ਯੂਜ਼ ਹੋਈ ਹੁੰਦੀ, ਸੋ ਦੈਟ ਵਿਲ ਬੀ ਇਨ ਕੇਸ ਆਫ ਕਨਕੇਵ ਲੈਂਸ। ਕਨਕੇਵ ਲੈਂਸ ਦੇ ਵਿੱਚ ਇਹੀ ਡਾਇਗਰਾਮ ਕਿਵੇਂ ਬਣੂਗੀ? ਸੋ ਜੇਕਰ ਕਨਕੇਵ ਲੈਂਸ ਹੋਵੇ ਤਾਂ ਇਦਾਂ ਦਾ ਹੋਊਗਾ। ਸੋ ਇਹੀ ਵਾਲੀ ਡਾਇਗਰਾਮ, ਸੋ ਇੱਧਰਲੇ ਪਾਸੇ ਐਫ, ਇੱਧਰਲੇ ਪਾਸੇ ਐਫ, ਇੱਥੋਂ ਰੇ ਆਫ ਲਾਈਟ ਆਉਂਦੀ ਆ ਤਾਂ ਇਹ ਫਿਰ ਡਾਈਵਰਜ ਹੋ ਜਾਂਦੀ ਆ, ਸੋ ਇੱਧਰ ਨੂੰ ਚਲੀ ਜਾਂਦੀ ਆ। ਸੋ ਪਤਾ ਸਾਨੂੰ ਇਹ ਲੱਗਦਾ ਵੀ ਇੱਧਰਲੇ ਪਾਸੇ ਫੋਕਸ ਤੋਂ ਆ ਰਹੀ ਆ। ਹੁਣ ਦੇਖੋ ਇਨਸੀਡੈਂਟ ਰੇ ਇੱਧਰ ਨੂੰ ਗਈ ਸੀ ਤਾਂ ਫੋਕਲ ਲੈਂਥ ਆ ਯੂਜ਼ ਹੋਈ ਆ, ਸੋ ਇਹਨੂੰ ਅਸੀਂ ਪਿੱਛੇ ਨੂੰ ਮਿਲ ਰਹੇ ਆ। ਸੋ ਇਸ ਕਰਕੇ ਇਨ ਦੀ ਕੇਸ ਆਫ ਕਨਕੇਵ ਲੈਂਸ ਦੀ ਫੋਕਲ ਲੈਂਥ ਐਜ਼ ਵੈਲ ਐਜ਼ ਇਟਸ ਪਾਵਰ ਬੋਥ ਵਿਲ ਬੀ ਨੈਗੇਟਿਵ। ਕਲੀਅਰ ਹੋ ਗਈ ਇਹ ਗੱਲ? ਓਕੇ। ਹੁਣ ਅਸੀਂ ਅਗਲਾ ਸਾਡਾ ਟੌਪਿਕ ਆ ਜਿਹੜਾ ਕੰਬੀਨੇਸ਼ਨ ਆਫ ਥਿਨ ਲੈਂਸਸ ਤੇ ਆਈਏ। ਲੈਂਸਸ ਦੀ ਕੰਬੀਨੇਸ਼ਨ ਕਰਕੇ ਯੂਜ਼ ਕੀਤਾ ਜਾਂਦਾ ਹੈ। ਉਹਦਾ ਰੀਜ਼ਨ ਇਹ ਆ ਵੀ ਉਹਦੇ ਨਾਲ ਸਾਨੂੰ ਸ਼ਾਰਪ ਇਮੇਜ ਮਿਲਦੀ ਆ, ਜ਼ਿਆਦਾ ਸ਼ਾਰਪ ਮਿਲਦੀ ਆ ਐਜ਼ ਕੰਪੇਅਰ ਟੂ ਇਫ ਵੀ ਯੂਜ਼ ਸਿੰਗਲ ਲੈਂਸ। ਤੇ ਐਬੀਰੇਸ਼ਨਸ ਮਿਨੀਮਾਈਜ਼ ਹੋ ਜਾਂਦੀਆਂ ਨੇ। ਐਬੀਰੇਸ਼ਨਸ ਕੀ ਹੁੰਦੀਆਂ ਨੇ? ਜਿਹਨੂੰ ਅਸੀਂ ਡਿਫੈਕਟਸ ਕਹਿ ਦਿੰਦੇ ਆ। ਵਿਜ਼ਨ ਦੇ ਵਿੱਚ ਡਿਫੈਕਟਸ, ਇਮੇਜ ਬਣਨ ਦੇ ਵਿੱਚ ਡਿਫੈਕਟ ਆ ਜਿਹੜੇ ਉਹ ਘਟ ਜਾਂਦੇ ਆ। ਬਿਕੋਜ਼ ਕਿਉਂ ਹੁੰਦੇ ਆ? ਕਿਉਂਕਿ ਆਪਾਂ ਦੇਖੋ ਪੜ੍ਹਿਆ ਸੀ ਜਦੋਂ ਰਿਫਰੈਕਸ਼ਨ ਹੁੰਦੀ ਆ ਉਦੋਂ ਸਾਰੀ ਦੀ ਸਾਰੀ ਰੇ ਆ ਜਿਹੜੀ ਉਹ ਰਿਫਰੈਕਟ ਨਹੀਂ ਹੁੰਦੀ, ਇਹਦੇ ਵਿੱਚੋਂ ਕੁਛ ਨਾ ਕੁਛ ਰੀਫਲੈਕਟ ਬੈਕ ਵੀ ਹੋਏਗੀ, ਕੁਛ % ਆਫ ਲਾਈਟ। ਤਾਂ ਉਹ ਜਿਹੜੀ ਰਿਫਰੈਕਟਡ ਰੇ ਆ ਉਹ ਇਹਦੀ ਇੰਟੈਂਸਿਟੀ ਵੀ ਘਟਾ ਦਿੰਦੀ ਆ। ਨਾਲ ਦੀ ਨਾਲ ਕੀ ਹੋਏਗਾ, ਆਹ ਜਿਹੜਾ ਪੋਰਸ਼ਨ ਆ ਜਿਹਦੇ ਥਰੂ ਲਾਈਟ ਗਈ ਆ, ਇਟ ਵਿਲ ਐਕਟ ਐਜ਼ ਏ ਸਮੋਲ ਪ੍ਰਿਜ਼ਮ। ਜੇਕਰ ਤੁਸੀਂ ਇਹਨੂੰ ਛੋਟੇ ਜਿਹੇ ਨੂੰ ਉੱਪਰਲੇ ਨੂੰ ਇੰਨਾ ਕੱਟ ਕਰਕੇ ਦੇਖੋ ਪੀਸ, ਤਾਂ ਇਹ ਲਗਭਗ ਕਿਹੋ ਜਿਹਾ ਬਣ ਗਿਆ? ਸੋ ਇਟ ਵਿਲ ਲਾਈਕ ਏ ਪ੍ਰਿਜ਼ਮ। ਸੋ ਜਦੋਂ ਇੱਕ ਰੇ ਆਫ ਲਾਈਟ ਇੱਥੋਂ ਆਊਗੀ ਤਾਂ ਪ੍ਰਿਜ਼ਮ ਦੀ ਕੀ ਕੁਆਲਿਟੀ ਹੁੰਦੀ ਆ? ਉਹ ਲਾਈਟ ਨੂੰ ਕੀ ਕਰਦਾ? ਜੇ ਵਾਈਟ ਲਾਈਟ ਯੂਜ਼ ਕਰਦੇ ਆ ਤਾਂ ਪ੍ਰਿਜ਼ਮ 'ਤੇ ਪਾਸ ਕਰਦੇ ਆ ਤਾਂ ਕੀ ਹੁੰਦਾ? ਟੁੱਟ ਜਾਂਦੀ ਆ 7 ਰੰਗਾਂ ਦੇ ਵਿੱਚ। ਠੀਕ ਆ? ਤਾਂ ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਰੇ ਆਫ ਲਾਈਟ ਜੇ ਇੱਧਰੋਂ ਆਈ ਸੀ ਉਹ ਕੁਛ ਫਰੈਕਸ਼ਨ ਦੇ ਵਿੱਚ ਬ੍ਰੇਕਅਪ ਹੋ ਜਾਏਗੀ, ਤੇ ਬ੍ਰੇਕਅਪ ਹੋ ਜਾਏਗੀ ਤਾਂ ਇਮੇਜ ਸਾਡਾ ਕੀ ਹੋਏਗਾ? ਸ਼ਾਰਪ ਨਹੀਂ ਬਣੇਗਾ। ਸੋ ਇਸ ਲਈ ਅਸੀਂ ਕੰਬੀਨੇਸ਼ਨ ਆਫ ਲੈਂਸਸ ਯੂਜ਼ ਕਰਦੇ ਹਾਂ ਟੂ ਗੈਟ ਏ ਸ਼ਾਰਪ ਇਮੇਜ। ਹੁਣ ਅਸੀਂ ਦੇਖੀਏ ਵੀ ਜਦੋਂ ਅਸੀਂ ਕੰਬੀਨੇਸ਼ਨ ਆਫ ਲੈਂਸਸ ਯੂਜ਼ ਕਰਦੇ ਹਾਂ ਤਾਂ ਉਦੋਂ ਸਾਡੇ ਕੋਲੇ ਜੋ ਮੈਥਮੈਟੀਕਲ ਪਾਰਟ ਆ ਉਹ ਕਿਸ ਤਰ੍ਹਾਂ ਦਾ ਹੋਏਗਾ। ਸਪੋਜ਼ ਕਰੀਏ ਸਾਡੇ ਕੋਲੇ 2 ਥਿਨ ਲੈਂਸਸ ਨੇ, ਪਹਿਲਾ ਕਨਵੈਕਸ ਲੈਂਸ ਹੋ ਗਿਆ, ਇਹਦੇ ਨਾਲ ਹੀ ਅਸੀਂ ਦੂਸਰਾ ਰੱਖ ਲੈਂਦੇ ਹਾਂ। ਸੋ 2 ਅਸੀਂ ਲੈਂਸ ਯੂਜ਼ ਕਰ ਰਹੇ ਹਾਂ। ਸਪੋਜ਼ ਕਰ ਲੈਂਦੇ ਹਾਂ ਪਹਿਲੇ ਦੀ ਫੋਕਲ ਲੈਂਥ ਆ ਜਿਹੜੀ ਉਹ F1 ਆ ਤੇ ਦੂਸਰੇ ਦੀ ਫੋਕਲ ਲੈਂਥ F2 ਆ। ਸਪੋਜ਼ ਦਿਸ ਇਜ਼ ਲੈਂਸ 1, ਦਿਸ ਇਜ਼ ਲੈਂਸ 2। ਕਲੀਅਰ? ਸੋ ਇਹਨਾਂ ਨੂੰ ਇਕੱਠੇ ਕਰਕੇ ਰੱਖ ਲਿਆ, ਪ੍ਰਿੰਸੀਪਲ ਐਕਸਿਸ ਬਣਾ ਲਈਏ। ਸਪੋਜ਼ ਕਰ ਲੈਣਾ ਮੈਂ ਇੱਥੇ ਮੇਰੇ ਕੋਲੇ ਆਬਜੈਕਟ ਆ, ਪੁਆਇੰਟ ਆਬਜੈਕਟ ਪਿਆ, ਪੁਆਇੰਟ ਆਬਜੈਕਟ ਤੋਂ ਰੇ ਆਫ ਲਾਈਟ ਇੱਥੇ ਗਈ। ਆਫਟਰ ਰਿਫਰੈਕਸ਼ਨ ਫਰੋਮ ਦੀ ਲੈਂਸ, ਫਸਟ ਲੈਂਸ, ਇਹ ਬੈਂਡ ਹੋ ਜਾਏਗੀ। ਜਿਵੇਂ ਆਪਾਂ ਪੜ੍ਹਿਆ ਸੀਗਾ ਲੈਂਸ ਮੇਕਰਸ ਫਾਰਮੂਲੇ ਦੇ ਵਿੱਚ, ਇਟ ਵਿਲ ਬੈਂਡ ਅਵੇ ਫਰੋਮ ਦੀ ਨੋਰਮਲ। ਸੋ ਜਦੋਂ ਇੱਥੋਂ ਬਾਹਰ ਜਾਏਗੀ, ਕਿਉਂਕਿ ਪਹਿਲਾਂ ਤਾਂ ਇਹ ਟੁਵਰਡਸ ਦੀ ਨੋਰਮਲ ਬੈਂਡ ਹੋ ਗਈ ਕਿਉਂਕਿ ਡੈਂਸਰ ਰੇਅਰ ਟੂ ਡੈਂਸਰ ਗਈ ਆ, ਤੇ ਉਦੋਂ ਬਾਅਦ ਜਦੋਂ ਡੈਂਸਰ ਟੂ ਰੇਅਰ ਬਾਹਰ ਜਾਣ ਦੀ ਕੋਸ਼ਿਸ਼ ਕਰੂਗੀ ਇਟ ਵਿਲ ਬੈਂਡ ਅਵੇ ਫਰੋਮ ਦੀ ਨੋਰਮਲ। ਸੋ ਇਹ ਕਿੱਥੇ ਜਾਊਗੀ? ਇੱਧਰ ਨੂੰ ਜਾਣ ਦੀ ਕੋਸ਼ਿਸ਼ ਕਰੂਗੀ। ਹੁਣ ਜੇਕਰ ਆ ਸੈਕਿੰਡ ਲੈਂਸ ਨਾ ਹੋਵੇ ਤਾਂ ਫਿਰ ਇੱਥੋਂ ਸਿੱਧੀ ਲੰਘ ਜੂਗੀ ਤੇ ਸਾਡੇ ਕੋਲ ਇਮੇਜ ਇੱਥੇ ਬਣ ਜਾਊਗਾ। ਸਪੋਜ਼ ਕਰੀਏ I1। ਠੀਕ ਆ? ਤੇ ਇਹਦੀ ਲੈਂਸ ਇਕੁਏਸ਼ਨ ਲਿਖੀਏ ਜਿਹੜੀ ਆਪਾਂ ਫਾਈਨਲ 'ਚ ਕੱਲ੍ਹ ਪੜ੍ਹੀ ਸੀ। ਉਹ ਪੜ੍ਹੀ ਸੀ ਅਸੀਂ -1/u + 1/v = 1/f। ਸੋ ਦਿਸ ਇਜ਼ ਦੀ ਲੈਂਸ ਇਕੁਏਸ਼ਨ। ਤੋ ਹੁਣ ਆਬਜੈਕਟ ਸਾਡਾ ਇੱਧਰਲੇ ਪਾਸੇ ਪਿਆ, ਤੋ ਮੈਂ ਇਹਨੂੰ ਡਿਸਟੈਂਸ ਇਹਦਾ u ਮੰਨ ਲੈਣਾ।
तो इमेज मेरा कित्थे बनया जी, इनू मैं V1 कह दिना क्योंकि एक्चुअली तो यह बनूगा नहीं, बट जे सैकेंड लेंस एबसेंट होवे फिर इत्थे इमेज बनूगा। तो फोकल लेंथ साडी पहली यूज़ हुई तो उहदे वास्ते साडी इक्वेशन की बन गई -1/U1 U + 1/V1 = 1/F1। हुण क्योंकि प्रेजेंट आ सो इस करके इत्थे भी रिफ्रैक्शन होएगी एंड द इमेज विल बी हेयर, एक्चुअल इमेज एंड रियल इमेज विल बी हेयर। तो इत्थे असीं मान लैंदे V दे उत्ते साडा ये बन रहा, इत्थों मैं ये सेंटर तो ही लै रहा डिस्टेंसिस बिकॉज आई हैव अज्यूम्ड दीज लेंसिज टू बी वेरी थिन, बहुत पतले आ। इत्थे आपां बोर्ड के उत्ते करन लई इहनूं मोटा बनाया ताकि सानूं क्लैरिटी आ जाए फैक्ट्स की। तो ये वास्ते सैकेंड जी रिफ्रैक्शन हुई आ उहदे वास्ते हुण वर्चुअल ऑब्जैक्ट एक्ट करूगा I1 विल एक्ट एज ए वर्चुअल ऑब्जैक्ट फॉर लेंस 2। सो ये रिफ्रैक्शन की इक्वेशन की बनेगी -1 ऑब्जैक्ट का डिस्टेंस, ऑब्जैक्ट साडा कौन है हुण I1 वर्चुअल ऑब्जैक्ट, डिस्टेंस इहदा है V1 -1/V1 प्लस फाइनल इमेज कित्थे बनिया जी V ते, सो 1/V फोकल लेंथ हुण किहड़ी यूज़ हुई आ 1/F2। सो इन्हां दोनों इक्वेशनस नूं असीं एड अप कर दईए की बनेगा, लैफ्ट हैंड साइड में एड अप करिए तो साढ़े को दोनों चीज़ां कट्टियां जाणगियां। तो वी आर लैफ्ट विद -1/U + 1/V = 1/F1 + 1/F2। लैफ्ट हैंड साइड की इक्वेशन साडी की बनती है -1/U + 1/V, दिस इज द डिस्टेंस ऑफ ऑब्जैक्ट फ्रॉम द ऑप्टिकल सेंटर, दिस इज द डिस्टेंस ऑफ फाइनल इमेज। फाइनल इमेज किहदे नाल आया, कंबीनेशन ऑफ लेंसिज दे नाल। ਇਹਦਾ मतलब ये होया भी ये साढ़े को टोटल फोकल लेंथ बन गई फॉर द कंबीनेशन ऑफ लेंसिज, क्योंकि 1/F की बराबर होंदा -1/U + 1/V, सो = 1/F1 + 1/F2। सो ਇਹਦਾ मतलब ये हो गया भी जदों असीं ये नंबर ऑफ लेंसिज नूं कंबाइन करके रखते हैं किसी जगह पर लाने हैं, तुसीं देखते होवोगे जदों मोबाइल फोन्स की एड आउंदी हुंदी आ तो वो लेंस नूं इहदे नूं खोल के दिखाउंदे आ, तो वो कई लेंस होंगे तो फिर वो इकट्ठे होंगे। सो ये भी वो कंबीनेशन ऑफ लेंसिज यूज होंगे टू गैट ए शार्प इमेज, टू हैव ए मोर रिजॉल्विंग पावर। सो इसलिए उन्होंने सारे लेंसिज की फोकल लेंथ एड अप हो जाएगी। दिस इज द अलजैब्रिक सम ऑफ द फोकल लेंथ्स, ठीक है। रेसिप्रोकेटिव मैनर के एड अप होंदियां ने। तो याद रखना जिन्ने मर्जी लेंस आप इकट्ठे करके ला लीए तो उन्होंने सारिया की 1/F किहदे बराबर होएगी, इंडिविजुअल लेंसिज की 1/F का अलजैब्रिक सम। क्लीयर। हुण मैगनीफिकेशन ते आउणे आ। मैगनीफिकेशन कितनी होएगी, क्योंकि पहली रे का जिहड़ा इमेज सीगा उही फरदर ऑब्जैक्ट एक्ट किया सैकेंड लेंस वास्ते ते उन्हें फिर फाइनल इमेज बनाया। सो इस करके मैगनीफिकेशन विल बी मल्टीप्लाइड। So total magnifications of all this assembly will be M1 plus multiplied by M2 and so on। जिन्ने मर्जी आप लेंस लाइए तो मैगनीफिकेशन की हो जाएगी मल्टीप्लाई। सो असीं याद रखना फोकल लेंथ्स विल बी रेसिप्रोकेटिवली एडेड बट मैगनीफिकेशन विल बी मल्टीप्लाइड। फायदा की है सानू कंबीनेशन ऑफ लेंसिज का, टू गैट ए मोर शार्प इमेज, टू गैट द इमेज डिस्टॉर्शन फ्री, एबीरेशन फ्री। एबीरेशनस की होंदे आ, नुक्स इमेज दे विच जिहड़े फ्लॉज पैदा हो जाते हैं उहदे वास्ते तुसीं कई बारी जे आपां टैलीस्कोप दे नाल, क्योंकि टैलीस्कोप जिहड़े सस्ते टैलीस्कोप ने उन्हां दे विच कन्वैक्स लेंस ही लग्या हुंदा ते कन्वैक्स लेंस रिफ्रैक्शन दे थ्रू काम करदा ते रिफ्रैक्शन जदों भी हुंदी आ तां उदों साडे कोले इमेज शार्प नहीं बनता। जेकर असी वाइट लाइट में देखते हैं तो सानू वो कॉर्नरस के उत्ते थोड़े थोड़े कलर्स दिखाई देते हैं। तो जो वाइट लाइट स्पलिट कर जाती है तो उस तरह की एबीरेशनस नूं असीं कहने आ क्रोमैटिक एबीरेशन। की कहने आ, क्रोमैटिक एबीरेशन। जदों भी रे ऑफ लाइट किसी लेंस दे विचों दी पास करती आ
ਤਾਂ ਇਹ ਅਸੀਂ ਪੜ੍ਹਿਆ ਵੀ ਫੋਕਸ ਦੇ ਵਿੱਚੋਂ ਦੀ ਪਾਸ ਕਰਦੀ ਆ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਉਂਦੀ ਹੋਈ ਰੇ, ਬਟ ਆਹ ਵਾਲੀ ਰੇ ਅਸੀਂ ਬਣਾ ਤਾਂ ਦਿੰਨੇ ਇੱਕ ਸਿੰਗਲ, ਇਹ ਸਿੰਗਲ ਨਹੀਂ ਰਹਿੰਦੀ, ਇਹ ਇੱਥੋਂ ਹੀ ਥੋੜ੍ਹੀ ਥੋੜ੍ਹੀ ਟੁੱਟ ਜਾਂਦੀ ਆ ਆਪਣੇ। ਜੇਕਰ ਇਹ ਵਾਈਟ ਲਾਈਟ ਆ ਦੈਨ ਇਟ ਵਿਲ ਬ੍ਰੇਕ ਇਨ 7 ਕਲਰਸ। ਕਲੀਅਰ? ਤੇ ਸਾਨੂੰ ਜਿਹੜਾ ਇਮੇਜ ਦਿਸੇਗਾ ਉਹ ਥੋੜ੍ਹਾ ਜਿਹਾ ਕਲਰਡ ਦਿਸੇਗਾ। ਸੋ ਜੇਕਰ ਇਹਦੇ ਵਾਸਤੇ ਅਸੀਂ ਕਿਸੇ ਨੈਚੁਰਲ ਚੀਜ਼, ਨੈਚੁਰਲ ਸੋਰਸ ਦੀ ਇਮੇਜ ਲੈਣੀ ਆ, ਕਿਉਂਕਿ ਨੈਚੁਰਲ ਸੋਰਸ ਤੋਂ ਵਾਈਟ ਲਾਈਟ ਹੀ ਆਉਂਦੀ ਆ, ਤਾਂ ਉਹ ਸਾਨੂੰ ਕਲੀਅਰ ਨਹੀਂ ਦਿਖਾਈ ਦੇਵੇਗੀ। ਇਫ ਦੀ ਰਿਫਰੈਕਸ਼ਨ ਟੇਕਸ ਪਲੇਸ ਫਰੋਮ ਏ ਲੈਂਸ, ਥਰੂ ਏ ਲੈਂਸ। ਤੋ ਇਸ ਚੀਜ਼ ਨੂੰ ਦੂਰ ਕਰਨ ਲਈ ਫਿਰ ਅਸੀਂ ਕੀ ਕਰਦੇ ਹਾਂ, ਵੀ ਯੂਜ਼ ਕੰਬੀਨੇਸ਼ਨ ਆਫ ਲੈਂਸਿਸ। ਕੰਬੀਨੇਸ਼ਨ ਆਫ ਲੈਂਸਿਸ ਦੇ ਵਿੱਚ ਜ਼ਰੂਰੀ ਨਹੀਂਗਾ ਵੀ ਸਾਰੇ ਕਨਵੈਕਸ ਹੀ ਹੋਣ, ਕਨਕੇਵ ਵੀ ਹੋ ਸਕਦੇ ਆ, ਪਲੈਨੋ ਕਨਕੇਵ ਵੀ ਹੋ ਸਕਦੇ ਆ। ਸੋ ਇਹਨੂੰ ਅਸੀਂ ਦੇਖਣ ਦੇ ਲਈ ਜਿਹੜੀ ਇੱਕ ਸਾਡੇ ਕੋਲੇ ਬਹੁਤ ਵਧੀਆ ਇੱਕ ਐਗਜ਼ਾਮਪਲ ਦਿੱਤੀ ਹੋਈ ਆ ਤੁਹਾਡੀ ਬੁੱਕ ਦੇ ਵਿੱਚ, ਉਹ ਆਪਾਂ ਕਰਕੇ ਦੇਖਦੇ ਹਾਂ। ਐਗਜ਼ਾਮਪਲ ਨੰਬਰ 9.9 of NCERT book. Find the position of the image found by lenses combination given in diagram. So पहला साढ़े कोल है convex lens and second one is plano concave and third one is again convex lens. ਸੋ ਇੱਥੇ ਮੇਰੇ ਕੋਲ ਆਬਜੈਕਟ ਹੈ ਦਿੱਤਾ ਹੋਇਆ ਉਹ ਐਂਡ ਇਟ ਇਜ਼ 30 ਸੈਂਟੀਮੀਟਰਸ ਫਰੋਮ ਦੀ ਫਸਟ ਲੈਂਸ। ਇਹਨਾਂ ਦੋਨਾਂ ਦੇ ਵਿੱਚ ਜੋ ਡਿਸਟੈਂਸ ਹੈ ਇਟ ਇਜ਼ 5 ਸੈਂਟੀਮੀਟਰਸ ਐਂਡ 10 ਸੈਂਟੀਮੀਟਰਸ। ਦੀ ਫੋਕਲ ਲੈਂਥ ਇਜ਼ +10 -10 and +30 centimeters. ਸੋ ਫੋਕਲ ਲੈਂਥ ਦਿੱਤੀ ਹੋਈ ਹੈ ਜੀ ਸੈਂਟੀਮੀਟਰਸ ਦੇ ਵਿੱਚ। ਸੋ ਵੀ ਹੈਵ ਟੂ ਕੈਲਕੂਲੇਟ ਦੀ ਪੋਜੀਸ਼ਨ ਆਫ ਦੀ ਫਾਈਨਲ ਇਮੇਜ। ਹੁਣ ਸਭ ਤੋਂ ਪਹਿਲਾਂ ਦੇਖੀਏ ਵੀ ਜੇਕਰ ਸਾਡਾ ਆਬਜੈਕਟ ਆ, ਪਹਿਲਾ ਲੈਂਸ ਉਹਦਾ ਇਮੇਜ ਕਿੱਥੇ ਬਣਾਊਗਾ, ਪਹਿਲਾ ਲੈਂਸ ਆ ਜਿਹੜਾ ਉਹਦਾ ਇਮੇਜ ਕਿੱਥੇ ਬਣਾਊਗਾ। ਹਾਂਜੀ, ਫਾਰਮੂਲਾ ਸਾਡੇ ਕੋਲ -1/u + 1/v = 1/f ਆ। u ਕਿੰਨਾ ਪੁੱਟ ਕਰੀਏ, u ਸਾਡੇ ਕੋਲੇ ਇੰਸੀਡੈਂਟ ਰੇ ਇੱਧਰ ਨੂੰ ਜਾਏਗੀ, u ਕਿੱਧਰ ਨੂੰ ਮੇਜਰ ਕਰਨਾ, ਇੱਧਰ ਨੂੰ। ਸੋ ਇਹਦਾ ਮਤਲਬ ਇਹ ਹੋਇਆ ਵੀ u ਵਿਲ ਬੀ ਨੈਗੇਟਿਵ। ਸੋ ਇਹਦਾ ਮਤਲਬ -1/-30 + 1/v ਅਸੀਂ ਕੈਲਕੂਲੇਟ ਕਰਨਾ ਹੈ ਜੀ 1/f। f ਸਾਡੀ ਕਿੰਨੀ ਆ, ਕਿਉਂਕਿ ਫੋਕਲ ਲੈਂਥ ਕਿਹੜੀ ਯੂਜ਼ ਹੋਏਗੀ, ਅੱਗੇ ਵਾਲੀ, ਕਿਉਂਕਿ ਰੇ ਆਫ ਲਾਈਟ ਇੱਥੋਂ ਜਾ ਕੇ ਅੱਗੇ ਕਨਵਰਜ ਹੋਏਗੀ, ਕਿਉਂਕਿ ਇਹ ਕਨਵਰਜ ਕਰਦਾ, ਇਸ ਕਰਕੇ ਅਗਲੀ ਫੋਕਲ ਲੈਂਥ ਯੂਜ਼ ਹੋਏਗੀ, ਸੋ ਇਟ ਵਿਲ ਬੀ ਪੋਜ਼ਿਟਿਵ। ਕੈਲਕੂਲੇਟ ਕਰੋ ਫਾਰ v ਕਿੰਨਾ ਆ ਗਿਆ ਦੇਖੋ ਫਟਾਫਟ। ਸੋ ਇੱਥੇ ਸਾਡੇ ਕੋਲ ਪੋਜ਼ਿਟਿਵ ਹੋ ਜਾਏਗਾ 1/30 + 1/v = 1/10। 1/v ਕਿਹਦੇ ਬਰਾਬਰ ਆ ਗਈ, 1/10 - 1/30। ਐਲਸੀਐਮ ਲੈ ਲਓ, 30 ਆ ਗਿਆ, 3 - 1 ਹਾਂਜੀ 2/30। ਸੋ v = 15 ਸੈਂਟੀਮੀਟਰ ਪਲੱਸ ਇਹਦਾ ਮਤਲਬ ਸਾਡਾ ਇਹਦਾ ਜਿਹੜਾ ਇਮੇਜ ਬਣੇਗਾ ਉਹ 30 ਸੈਂਟੀਮੀਟਰ 15 ਸੈਂਟੀਮੀਟਰ ਅੱਗੇ ਬਣੇਗਾ। ਇਹ ਇਮੇਜ ਬਣ ਗਿਆ ਪਹਿਲੇ ਲੈਂਸ ਦਾ, ਇਹ ਐਕਟ ਕਰੂਗਾ ਆਬਜੈਕਟ ਫਾਰ ਸੈਕਿੰਡ ਲੈਂਸ, ਵਰਚੁਅਲ ਆਬਜੈਕਟ। ਅਸਲ ਆਬਜੈਕਟ ਤਾਂ ਆ ਪਿਆ, ਪਰ ਸੈਕਿੰਡ ਵਾਸਤੇ ਆਹ ਵਾਲਾ ਵਰਚੁਅਲ ਆਬਜੈਕਟ ਐਕਟ ਕਰੇਗਾ ਪਲੇਸਡ ਐਟ 15 ਸੈਂਟੀਮੀਟਰਸ। ਠੀਕ ਆ,
ਸੋ ਹੁਣ ਇਹਦੇ ਵਾਸਤੇ ਅਸੀਂ ਸੈਕੰਡ ਲੈਂਸ ਵਾਸਤੇ ਇਕੁਏਸ਼ਨ ਲਿਖੀਏ। ਇਕੁਏਸ਼ਨ ਸਾਡੀ ਉਹੀ ਆ -1/u + 1/v = 1/f। ਹੁਣ u ਕਿੰਨਾ ਭਰੀਏ? 15 ਉਹ ਸੀਗਾ। ਸੋ 15 ਚੋਂ 5 ਅਸੀਂ ਸਬਟਰੈਕਟ ਕਰਤੇ। ਆਹਾ ਲੈਂਸ ਆ ਇਹ ਚਾਹੇ ਇੱਥੇ 5 ਸੈਂਟੀਮੀਟਰ ਦੂਰ ਪਿਆ, ਬਟ ਇਹਦਾ ਪਹਿਲੇ ਦਾ ਜਿਹੜਾ ਇਮੇਜ ਬਣਿਆ ਉਹ ਰਾਈਟ ਸਾਈਡ ਤੇ ਆ। ਸੋ ਉਹਦਾ ਜਿਹੜਾ ਡਿਸਟੈਂਸ ਮੇਜਰ ਕੀਤਾ ਜਾਊਗਾ ਉਹ ਰਾਈਟ ਸਾਈਡ ਤੇ ਮੇਜਰ ਕੀਤਾ ਜਾਊਗਾ। ਸੋ ਇਸ ਕਰਕੇ ਇਟ ਵਿਲ ਬੀ ਪੋਜ਼ਿਟਿਵ। ਸੋ ਆਹ ਵਾਲਾ ਨੈਗੇਟਿਵ ਸਾਈਨ ਇੱਥੇ ਰਹਿ ਜਾਊਗਾ। ਸੋ ਆਹ ਸਾਡਾ ਪੋਜ਼ਿਟਿਵ ਹੈ। ਹੁਣ ਅਸੀਂ ਇਹ ਇਕੁਏਸ਼ਨ ਬਣ ਗਈ ਸਾਡੇ ਕੋਲੇ 1/v = -1/10 ਆ ਇੱਧਰ ਲਈ ਆ, ਆਹ ਇੱਧਰ ਜਾ ਕੇ ਪੋਜ਼ਿਟਿਵ ਹੋ ਗਿਆ। ਸੋ 1/v ਇਜ਼ 0। ਤਾਂ v ਕਿੰਨਾ ਆ ਗਿਆ ਜੀ? ਇਨਫਿਨਿਟੀ। ਹੁਣ ਰੀਜ਼ਨ ਕੀ ਹੋਇਆ ਇਨਫਿਨਿਟੀ ਤੇ ਆਉਣ ਦਾ? ਇਹਦੀ ਫੋਕਲ ਲੈਂਥ 10 ਸੈਂਟੀਮੀਟਰ ਸੀਗੀ ਤੇ ਆਬਜੈਕਟ ਜਿਹੜਾ ਇਹਦੇ ਵਾਸਤੇ ਐਕਟ ਕਰਦਾ ਸੀ ਵਰਚੁਅਲ ਆਬਜੈਕਟ ਉਹ ਵੀ 15 ਚੋਂ 5 ਘਟਾਏ 10 ਤੇ ਹੀ ਆ ਗਿਆ, ਫੋਕਲ ਲੈਂਥ ਤੇ ਹੀ ਆ ਗਿਆ। ਫੋਕਲ ਲੈਂਥ ਦੇ ਉੱਤੇ ਹੀ ਪਿਆ ਤਾਂ ਇਹਦਾ ਮਤਲਬ ਇਮੇਜ ਕਿੱਥੇ ਬਣੂਗਾ? ਇਨਫਿਨਿਟੀ ਤੇ। ਸੋ ਜਿਹੜੀਆਂ ਰਿਫਰੈਕਟਡ ਰੇਜ਼ ਹੋਣਗੀਆਂ ਉਹ ਕਿੱਧਰ ਨੂੰ ਜਾਣਗੀਆਂ? ਪੈਰਲਲ ਟੂ ਦੀ ਪ੍ਰਿੰਸੀਪਲ ਐਕਸਿਸ ਜਾਣਗੀਆਂ। ਹੁਣ ਆ ਗਿਆ ਸਾਡਾ ਥਰਡ ਲੈਂਸ। ਥਰਡ ਲੈਂਸ ਵਾਸਤੇ ਆਬਜੈਕਟ ਕਿਹਨੇ ਐਕਟ ਕਰਨਾ? ਜਿਹੜਾ ਇਹਨੇ ਇਮੇਜ ਬਣਾਇਆ। ਕਿੱਥੇ ਬਣਾਇਆ ਉਹਨੇ? ਇਨਫਿਨਿਟੀ ਤੇ। ਜਿਹੜੀਆਂ ਇਨਫਿਨਿਟੀ ਤੋਂ ਰੇਜ਼ ਆਉਣਗੀਆਂ ਉਹ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਆਉਣਗੀਆਂ। ਕਲੀਅਰ? ਤੇ ਉਹਦੇ ਵਾਸਤੇ ਫਿਰ ਜਿਹੜੀ ਇਨਫਿਨਿਟੀ ਤੇ ਆ 10 ਸੈਂਟੀਮੀਟਰ ਦਾ ਕੋਈ ਚੱਕਰ ਨਹੀਂ, ਕਿਉਂਕਿ ਇਨਫਿਨਿਟੀ ਦੇ ਐਜ਼ ਕੰਪੇਅਰਡ ਟੂ 10 ਸੈਂਟੀਮੀਟਰ ਉਹ ਇਨਫਿਨਿਟੀ ਰਹਿ ਜਾਣੀ ਆ ਫਿਰ ਵੀ। ਠੀਕ ਆ। ਹੁਣ ਫਾਰ ਥਰਡ ਲੈਂਸ ਸਾਡੇ ਕੋਲੇ -1/u ਕਿੱਥੇ ਪਿਆ ਜੀ? ਇਨਫਿਨਿਟੀ ਤੇ। +1/v = 1/ ਫੋਕਲ ਲੈਂਥ ਉਹਦੀ ਹੈਗੀ ਸਾਡੇ ਕੋਲੇ 30 ਸੈਂਟੀਮੀਟਰ। ਤੋਂ 1/ ਇਨਫਿਨਿਟੀ ਕਿੰਨਾ ਆ ਗਿਆ? 0 +1/v = 1/30 ਤੇ ਫਾਈਨਲ v ਸਾਡਾ ਕਿੱਥੇ ਆ ਗਿਆ ਜੀ? 30 ਸੈਂਟੀਮੀਟਰ। तो फाइनल इमेज विल बी 30 सेंटीमीटर टुवर्ड्स द राइट ऑफ दिस लेंस। एक गल इत्थे मैं तुहानूं जरूर याद रखण नूं दसूंगा भी जिहड़ी आपां पावर ऑफ लेंस कीता वो आपां ये कीता भी पावर ऑफ लेंस आ जिहड़ी ओह हैगी आ 1/द फोकल लेंथ ते फोकल लेंथ होवे मीटर्स दे विच। इदां दा क्वेश्चन पेपर दे विच 2 नंबर दा जरूर आउंदा, 1 नंबर दा भी आ सकदा, 2 नंबर दा भी आ सकदा। की करदे आ वो पुछदे आ फाइंड दी पावर ऑफ ए लेंस whose focal length is 10 सेंटीमीटर। बच्चों को यह तो याद होंदा भी फोकल लेंथ का रेसिप्रोकल करना, पर आ भुल जाते भी सेंटीमीटर दिता इनू पहला की करना मीटर दे विच कन्वर्ट किया जाऊगा। सो पावर विल बी 1/f in मीटरस। सो इनू मीटर कन्वर्ट करांगे, सेंटी की वैल्यू लिख देंगे 10⁻²मीटर। सो पावर विल बी 1/10 × 10⁻² मीटर बन गया। तो ये साढ़े को डायोप्टर च आंसर आऊगा। तो कितना आ गया जी देखो 1/10 आ गया 0.1 × 10⁻²। इनू मैं एडजस्ट कर लग्या। सो 1 × 10⁻1 जां इनू मैं लिखदा कितना आ गया डायोप्टर। इत्थे मीटर नहीं आना, डायोप्टर 10 डायोप्टर। सो इन्नी साडी पावर आ गई। क्लीयर? सो इस तरीके दे नाल आपां ये क्वेश्चन करने। हुण इहदा मतलब ये नहीं भी जे 10 सेंटीमीटर इहदी फोकल लेंथ आ तां पावर भी 10 डायोप्टर आ गई तो भी सारिਆਂ ਦੀ ਇੰਨੀ आऊगी। नो। सो कैलकुलेट करके देखनी है।